ਕੁੜੀ ਸੀ ਇੱਕ ਘਰ ਦੇ ਵਿੱਚ, ਉਸਨੇ ਘਰਦਿਆਂ ਦੇ ਕਹਿਣੇ ਤੋਂ ਬਾਹਰ ਹੋ ਕੇ ਵਿਆਹ ਕਰਾ ਲਿਆ ਤੇ ਉਸ ਤੋਂ ਬਾਅਦ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਮੰਗਦੀ ਸੀ। ਪਰਿਵਾਰ ਸੀ ਜਿਹੜਾ ਰਾਜੀ ਨਹੀਂ ਸੀ। ਉਹ ਕੁੜੀ ਇੱਕ ਦਿਨ ਇਸੇ ਹਵੇਲੀ ਦੇ ਵਿੱਚ, ਇਸੇ ਕੋਠੀ ਦੇ ਵਿੱਚ ਜਿਹੜੀ ਮੈਂ ਪਿੱਛੇ ਖੜਿਆ, ਰਾਤ ਨੂੰ ਆ ਜਾਂਦੀ ਹੈ ਕਿਸੇ ਜਨਮ ਦਿਨ ਮਨਾਉਣ ਦੇ ਬਹਾਨੇ ਨਾਲ। ਪਰਿਵਾਰ ਨੂੰ ਨਸ਼ੀਲੀ ਚੀਜ਼ ਹੈ ਜਿਹੜੀ ਦਿੱਤੀ ਜਾਂਦੀ ਹੈ ਕਿਸੇ ਚੀਜ਼ ਦੇ ਵਿੱਚ ਮਿਲਾ ਕੇ, ਜਦੋਂ ਪਰਿਵਾਰ ਸਾਰਾ ਬੇਸੁੱਧ ਹੋ ਜਾਂਦਾ ਤਾਂ ਇਸ ਪਰਿਵਾਰ ਦੇ 8 ਜੀਆਂ ਦਾ ਕਤਲ ਕਰ ਦਿੱਤਾ ਜਾਂਦਾ। ਇੱਥੋਂ ਤੱਕ ਕਿ 45 ਦਿਨ ਦਾ ਇੱਕ ਜਵਾਕ ਹੁੰਦਾ, ਉਹ ਜਵਾਕ ਵੀ ਨਹੀਂ ਛੱਡਿਆ 45 ਦਿਨ ਦਾ। 2001 23 अगस्त की रात थी। 24 अगस्त का सुबह का दिन था। सोनिया और संजीव ये पीछे से आए थे सहारनपुर से, और छोटी जो सिस्टर है प्रियंका उसको लेके आए थे हिसार से कि तेरा जन्मदिन मनाएंगे। जन्मदिन था नहीं एक्चुअली उस दिन, वैसे ही उसने एक वो बनाया था। तो फिर वो आई रात को, अब कोई आएगा, बेटी थी घर की, तो कोई नौकर थोड़ी ना रोक सकेगा उसको। तो वो अंदर आई है, फिर उनके मन में जो भी प्लानिंग, जो साजिश उन्होंने कर रखी थी वो रची है। 8 लोगों की हत्या की है, निर्मम की है। रोड से जो ट्रैक्टर की अपनी ड्रोवर होती है ना, वो उससे शरीर में मारी है, नीचे से वो लेके गई है। एक उसमें 45 दिन की गुड़िया थी, 4 साल का था लोकेश, एक 3 साल की थी शिवानी, 3 तो बच्चे इन्होंने। ਉੱਪਰਲੀ ਮੰਜ਼ਿਲ ਤੇ ਸੁੱਤਾ ਸੀ ਸਾਰਾ ਪਰਿਵਾਰ। हाँ जी, सारा परिवार ऊपर सोता था। ਦਵਾਈ ਵਗੈਰਾ ਦਿੱਤੀ ਗਈ ਉਹਨੂੰ ਕਾਸੇ ਦੇ ਵਿੱਚ ਕਿ ਮੈਂ ਸੁਣਿਆ ਸੀ ਜਦ ਕੋਈ ਖੀਰ ਵਗੈਰਾ ਬਣਾਈ ਉਹਨੇ, खीर में उसने ने अफीम मिलाई थी, वो खाई थी ਜ਼ਿਆਦਾ ਮਾਤਰਾ 'ਚ ਮਿਲੀ। ज्यादा मात्रा च। ਆਪ ਵੀ ਕੋਈ ਡਰਾਮਾ ਕਰਦੀ ਆ ਵੀ ਸਿਰ 'ਚ ਕੋਈ ਸੱਟ ਵਗੈਰਾ ਮਾਰਨ ਦਾ, ਇਸ ਤਰ੍ਹਾਂ ਦਾ ਹੋਇਆ ਸੀ ਕੁਝ ਉਦੋਂ? इन्होंने सुबह सबको मार के और फिर ये संजीव को गाड़ी में बिठा के और सुरेवाड़ा मोड़ छोड़ने गई थी, चंडीगढ़ बस में चढ़ाने के लिए। बस निकल गई थी, फिर इसने तेज गाड़ी भगा करके बस के आगे अड़ा के संजीव को गाड़ी में चढ़ा दिया और खुद फिर वापस यहाँ आई है। और मुंह को यहाँ पर, चेहरे पर उसने मुंह में थोड़ी बहुत दवाई लगा के एक बहाना सा रचा है। ਕਿਹੜਾ ਇਹ ਸੰਜੀਵ ਆ, ਇਹ ਕਹਿੰਦੇ ਵੀ ਬਾਹਰ ਆ ਚੁੱਕਿਆ, ਸਹੀ ਗੱਲ ਆ ਇਹ? हाँ, ये बिल्कुल सही है। सोनिया और संजीव एंट्रीम बेल पे बाहर आए हुए हैं। ਲੜਕੀ ਵੀ ਬਾਹਰ ਆਈ ਹੋਈ ਹੈ? लड़की भी बाहर आई हुई है। ਜੇਲ੍ਹ ਦੇ ਵਿੱਚ ਵੀ ਸੁਨੇਹੇ ਲਵਾਉਂਦੀ ਸੀ ਵੀ ਮੈਂ ਦੇਖੂੰਗੀ ਹੋਰ ਵੀ ਜਿਹੜੇ ਕਰਦੇ ਨੇ ਪੈਰ ਵੀ, ਹੈਗੀ ਸੀ ਗੱਲਬਾਤ ਕੋਈ? बिल्कुल सही बात है जी। जब भी पैरवी पे आती थी तो यही कहती थी कि उनको तो मार दिया, तुमको भी देखूंगी, तुमको भी मार दूंगी। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੁਖ ਸੰਧੂ, ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ। ਕਈ ਵਾਰ ਆਪਣੇ ਘਰ ਦੇ ਵਿੱਚ ਕਈ ਐਸੇ ਬੱਚੇ ਪੈਦਾ ਹੋ ਜਾਂਦੇ ਨੇ ਜਿਹੜੇ ਕਿ ਪੂਰੇ ਪਰਿਵਾਰ ਦੇ ਉੱਪਰ ਭਾਰੀ ਪੈ ਜਾਂਦੇ ਨੇ। ਜਿੱਥੇ ਮੈਂ ਖੜਿਆ ਤੁਸੀਂ ਬਹੁਤ ਵੱਡੀ ਇੱਕ ਕੋਠੀ ਦੇਖ ਰਹੇ ਹੋ ਮੇਰੇ ਪਿੱਛੇ, ਇਹ ਹੈਗੀ ਆ ਰੇਲੂ ਰਾਮ ਪੁਨੀਆ ਜੀ ਦੀ ਕੋਠੀ। ਬਰਵਾਲੇ ਖੜਿਆ ਮੈਂ। ਇਹਨਾਂ ਵਾਸਤੇ ਇੱਕ ਕਹਾਵਤ ਮਸ਼ਹੂਰ ਸੀ ਕਿ ਰੇਲੂ ਰਾਮ ਕੀ ਰੇਲ ਚਲੇਗੀ, ਬਿਨ ਪਾਣੀ ਬਿਨ ਤੇਲ ਚਲੇਗੀ। ਕਿਉਂਕਿ ਕਹਿੰਦੇ ਨੇ ਸਮਾਜ ਸੇਵਾ ਬਹੁਤ ਕਰਦੇ ਸੀ, ਪਿਆਰ ਸੀ ਇਲਾਕੇ ਦੇ ਵਿੱਚ ਲੋਕਾਂ ਨਾਲ। 2001 ਦੇ ਵਿੱਚ ਇੱਕ ਐਸੀ ਘਟਨਾ ਹੋ ਜਾਂਦੀ ਹੈ ਜਿਸ ਨੇ ਕਿ ਆਸ-ਪਾਸ ਦੇ ਲੋਕਾਂ ਨੂੰ ਝੰਜੋੜ ਕੇ ਰੱਖਤਾ। ਜਿਸ ਨੇ ਵੀ ਸੁਣੀ ਅੱਜ ਤੱਕ ਲੋਕਾਂ ਦੀਆਂ ਅੱਖਾਂ ਭਰ ਆਉਂਦੀਆਂ ਨੇ ਉਸ ਚੀਜ਼ ਨੂੰ ਯਾਦ ਕਰਕੇ। ਕੁੜੀ ਸੀ ਇੱਕ ਘਰ ਦੇ ਵਿੱਚ, ਉਸਨੇ ਘਰਦਿਆਂ ਦੇ ਕਹਿਣੇ ਤੋਂ ਬਾਹਰ ਹੋ ਕੇ ਵਿਆਹ ਕਰਾ ਲਿਆ ਤੇ ਉਸ ਤੋਂ ਬਾਅਦ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਵਗੈਰਾ ਮੰਗਦੀ ਸੀ, ਪਰ ਪਰਿਵਾਰ ਸੀ ਜਿਹੜਾ ਰਾਜੀ ਨਹੀਂ ਸੀ, ਜਾਂ ਫਿਰ ਕਈ ਹੋਰ ਚੀਜ਼ਾਂ ਹੁੰਦੀਆਂ ਨੇ ਪਰਿਵਾਰ ਦੇ ਵਿੱਚ। ਉਹ ਕੁੜੀ ਇੱਕ ਦਿਨ ਇਸੇ ਹਵੇਲੀ ਦੇ ਵਿੱਚ, ਇਸੇ ਕੋਠੀ ਦੇ ਵਿੱਚ ਜਿਹੜੀ ਮੈਂ ਪਿੱਛੇ ਖੜਿਆ, ਰਾਤ ਨੂੰ ਆ ਜਾਂਦੀ ਹੈ ਕਿਸੇ ਜਨਮ ਦਿਨ ਮਨਾਉਣ ਦੇ ਬਹਾਨੇ ਨਾਲ। ਪਰਿਵਾਰ ਨੂੰ ਕੋਈ ਨਸ਼ੀਲੀ ਚੀਜ਼ ਹੈ ਜਿਹੜੀ ਦਿੱਤੀ ਜਾਂਦੀ ਹੈ ਕਿਸੇ ਚੀਜ਼ ਦੇ ਵਿੱਚ ਮਿਲਾ ਕੇ, ਜਦੋਂ ਪਰਿਵਾਰ ਸਾਰਾ ਬੇਸੁੱਧ ਹੋ ਜਾਂਦਾ ਤਾਂ ਇਸ ਪਰਿਵਾਰ ਦੇ 8 ਜੀਆਂ ਦਾ ਕਤਲ ਕਰ ਦਿੱਤਾ ਜਾਂਦਾ। ਇੱਥੋਂ ਤੱਕ ਕਿ 45 ਦਿਨ ਦਾ ਇੱਕ ਜਵਾਕ ਹੁੰਦਾ, ਉਹ ਜਵਾਕ ਵੀ ਨਹੀਂ ਛੱਡਿਆ 45 ਦਿਨ ਦਾ। 1990 ਦੇ ਵਿੱਚ ਇਹ ਜਗ੍ਹਾ ਬਣੀ ਸੀ ਜਿਹੜੀ ਤੁਸੀਂ ਦੇਖ ਰਹੇ ਹੋ। ਗੱਡੀ ਨਾ ਇੱਥੋਂ ਉੱਪਰ ਜਾਂਦੀ ਸੀ ਸਿੱਧੀ। ਉਦੋਂ ਕਿਤੇ ਟਾਮੇ ਟੱਲੇ ਦੀ ਗੱਡੀ ਉੱਪਰ, ਮਤਲਬ ਇਹੋ ਜਿਹਾ ਸਿਸਟਮ ਬਣਦਾ ਸੀ ਕਿ ਗੱਡੀ ਸਿੱਧੀਆਂ ਉੱਪਰ ਵਗ ਜੇ। ਇੱਥੋਂ ਗੱਡੀ ਉੱਪਰ ਜਾਂਦੀ ਸੀ, ਉਹ ਤੁਸੀਂ ਦੇਖ ਰਹੇ ਹੋ ਸਾਰੀ, ਹੈ ਨਾ, ਸਿਰੇ ਤੱਕ ਗੱਡੀ ਚਲੀ ਜਾਂਦੀ ਸੀ। ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਵੀ ਗੱਡੀ ਉੱਪਰਲੀ ਮੰਜ਼ਿਲ ਤੇ ਜਾਂਦੀ ਆ। ਅੱਜ ਵੀ ਬਹੁਤ ਘੱਟ ਘਰਾਂ ਦੇ ਵਿੱਚ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਮਤਲਬ ਇਸ ਕੋਠੀ ਦੇ ਵਿੱਚ ਉਸ ਸਮੇਂ ਬਣੀਆਂ ਹੋਈਆਂ ਸੀ। ਪਰਿਵਾਰ ਦੇ ਮੈਂਬਰ ਉਰੇ ਬੈਠੇ ਨੇ, ਮੈਂ ਬਾਈ ਹੋਰਾਂ ਨਾਲ ਗੱਲਬਾਤ ਕਰਦਾ ਥੋੜੀ ਜੀ। ਜਤਿੰਦਰ ਬਾਈ, ਤੁਸੀਂ ਕਿਹੜੇ ਰੇਲੂ ਰਾਮ ਜੀ ਸੀ ਉਹਨਾਂ ਦੇ ਕੀ ਲੱਗਦੇ ਹੋ ਵੀਰੇ? भतीजा हूँ जी मैं। ਅੱਛਾ, ਤੁਸੀਂ ਸਕੇ ਭਤੀਜੇ ਹੋ? राम सिंह पुनिया का लड़का हूँ। ਠੀਕ ਆ ਬਾਈ। ਬਾਈ, ਜਿਵੇਂ ਮੈਂ ਦੱਸਿਆ ਤੁਹਾਨੂੰ ਖਰ ਜ਼ਿਆਦਾ ਪਤਾ ਪਰਿਵਾਰ ਦੇ, ਤੁਸੀਂ ਜੀ ਹੋ, ਹੈ ਨਾ। 2001 ਦੇ ਵਿੱਚ ਕੀ ਹੋਇਆ ਸੀ ਸਹੀ ਉਰੇ? 2001 23 अगस्त की रात थी। 24 अगस्त का सुबह का दिन था जी। तो सोनिया और संजीव ये पीछे से आए थे अपने घर से सहारनपुर से, और छोटी जो सिस्टर है प्रियंका उसको लेके आए थे हिसार से। अच्छा। कि तेरा जन्मदिन मनाएंगे। और जन्मदिन था नहीं एक्चुअली उस दिन,
अच्छा हाँ, वैसे ही उसने एक वो बनाया था। अच्छा, उस दिन जन्मदिन है जन्मदिन था नहीं, तो फिर वो आई रात को। अब कोई आएगा, बेटी थी घर की, तो कोई नौकर थोड़ी ना रोक सकेगा उसको। हाँ, तो वो अंदर आई है। फिर उनके मन में जो भी प्लानिंग, जो साजिश उन्होंने कर रखी थी, वो रची है। 8 लोगों की हत्या की है, निर्मम हत्या की है। रोड से जो ट्रैक्टर की अपनी ड्रोवर होती है ना, वो उससे शरीर में मारी है, नीचे से वो लेके गई है। और एक उसमें 45 दिन की गुड़िया थी, एक 4 साल का था लोकेश, एक 3 साल की थी शिवानी। 3 तो बच्चे मारे इन्होंने अच्छा बेरहमी से। और ताऊ, ताई, बहन, भाई, भाभी, सबको अच्छा। बहुत तरीके से इन्होंने। ਇਹ ਕਿਹੜਾ ਉਰੇ ਆਪਾਂ ਪਿੱਛੇ ਉੱਪਰਲੀ ਮੰਜ਼ਿਲ ਤੇ ਸੁੱਤਾ ਸੀ ਸਾਰਾ ਪਰਿਵਾਰ? हाँ जी, सारा परिवार ऊपर सुत्या था। ਪਹਿਲਾਂ ਦਵਾਈ ਵਗੈਰਾ ਦਿੱਤੀ ਗਈ ਉਹਨੂੰ ਕਾਸੇ ਦੇ ਵਿੱਚ ਕਿ ਮੈਂ ਸੁਣਿਆ ਸੀ ਜਦ ਕੋਈ ਖੀਰ ਵਗੈਰਾ ਬਣਾਈ ਉਹਨੇ? खीर में उसने ने अफीम मिलाई थी, वो अच्छा, खाई थी ਜ਼ਿਆਦਾ ਮਾਤਰਾ ਚ ਮਿਲਿਆ? ज़्यादा मात्रा से। और फिर वो खा ली। अब सो रहा है बंदा, उसको थोड़ी ना पता है। और फिर एक एक करके इन्होंने इस जो रचा है, वो एक एक करके इन्होंने सबको मार दिया। ਉਹ ਜਦੋਂ ਕਰਦੀ ਆ ਤਾਂ ਇਹ ਆਪ ਵੀ ਕੋਈ ਡਰਾਮਾ ਕਰਦੀ ਆ ਵੀ ਸਿਰ 'ਚ ਕੋਈ ਸੱਟ ਵਗੈਰਾ ਮਾਰਨ ਦਾ ਇਸ ਤਰ੍ਹਾਂ ਦਾ ਹੋਇਆ ਸੀ ਕੁਝ ਉਦੋਂ? इन्होंने सुबह सबको मार के और फिर ये संजीव को गाड़ी में बिठा के और सुरेवाड़ा मोड़ छोड़ने गई थी चंडीगढ़ बस में चढ़ाने के लिए। बस निकल गई थी। फिर इसने तेज गाड़ी भगा करके बस के आगे अड़ा के संजीव को गाड़ी में चढ़ा दिया और खुद फिर वापस यहाँ आई है। और मुंह को यहाँ पर, चेहरे पर उसने मुंह में थोड़ी बहुत दवाई लगा के एक बहाना सा रचा है। उस टाइम पे हमने सोचा था कि कोई और करके गया है। अच्छा, सोनू ऐसा लग रहा था किसी ने और करता है। हाँ, क्यों? ये गेट के पास पड़ी मिली थी नीचे, बाहर ऊपर। अच्छा हाँ, तब यही सोचा था कि किसी और ने कर दिया। फिर इसको बाद में यहाँ से गाड़ी में लेके गए हैं हॉस्पिटल बरवाड़ा, अंतराम हॉस्पिटल में लेके गए हैं। वहाँ पर जाके फिर इसने कुछ टाइम के बाद में बताया कि सारा काम मैंने किया है। अपने आप ही बोल पिए? हाँ, इसने अपने आप ही बताया है कि मैंने सबको मारा। अकेली ने देश ने बोला, वो बंदे का नाम नहीं लेता है विच। हाँ, उसके बाद में इसको फिर पुलिस कस्टडी में हो गई। जो वहाँ अपने गए हुए थे वो घर आ गए पूछताछ में, जब पता चला था। ਉਰੇ ਸਭ ਤੋਂ ਪਹਿਲਾਂ ਵੀਰੇ ਉਦੋਂ ਕੌਣ ਆਏ ਸੀ? ਤੁਹਾਡੇ ਫਾਦਰ ਸਾਹਿਬ ਆਏ ਸੀ ਉਰੇ ਕੋਠੀ ਦੇ ਹਵੇਲੀ ਦੇ ਵਿੱਚ ਕਦੋਂ ਆਪਾਂ ਕਿੱਥੇ ਬੈਠੇ ਆ, ਕਦੋਂ ਇਹ ਹੋਇਆ ਸਾਰਾ? यहाँ जैसे आदमी नीचे रहते थे, नौकर भी थे, मैनेजर भी थे। उन्होंने लितानी में भी बताया, परबुआड़ा में बताया, परिवार वालों को बताया, पड़ोसियों को भी बताया, सभी आ गए थे। ਅੱਛਾ, ਸਾਰਿਆਂ ਨੇ ਦੇਖਿਆ ਉਦੋਂ? हाँ, ਬਾਈ ਇਹਦਾ ਕਿਹੜੀ ਕੁੜੀ ਸੀ ਇਹ? ਉਹ ਪਹਿਲਾਂ ਲੱਗਦਾ ਸੀ ਵੀ ਐਡਾ ਬੜਾ ਕੰਮ ਕਰ ਦੂ, ਇਹ ਤਾਂ ਪੂਰੀ ਇੰਡੀਆ ਦੇ ਵਿੱਚ ਪਹਿਲਾ ਕੇਸ ਹੋਣਾ ਮੈਨੂੰ ਲੱਗਦਾ ਐਡਾ ਜ਼ਬਰਦਸਤ, ਕਿਹੜਾ ਇਹਨੇ ਸਾਰੇ ਪਰਿਵਾਰ ਨੂੰ ਖਾ ਗਈ ਇਹ। अपने बच्चों का किसी को पता चलता है कि माँ बाप को मारेगा या छोड़ेगा? कौन शक ਜੇ करेगा? ਸ਼ੱਕ ਹੁੰਦਾ ਫਿਰ ਤਾਂ ਅੰਦਰ ਹੀ ਨਾ ਵੜਨ हाँ, ਦਿੰਦੇ शक होता तो अंदर ही नहीं आने देते। ਹਾਂ, शक थोड़ी ना था। ਕੋਈ ਕਿਸੇ ਨੂੰ उसने तो साजिश को इल्जाम दिया है। ਇਹ ਜਿਹੜਾ ਬੰਦਾ ਸੀ ਇਹ ਬਾਅਦ ਦੇ ਵਿੱਚ ਮੰਨ ਗਈ। ਇਹ ਉਸ ਤੋਂ ਮੁੜ ਕੇ ਮੈਂ ਸੁਣਿਆ ਵੀ 2001 ਤੋਂ ਬਾਅਦ ਇਹ ਲਗਾਤਾਰ ਜੇਲ੍ਹ ਦੇ ਵਿੱਚ ਸੀ। ਫਿਰ ਇੱਕ ਵਾਰੀ ਕਿਹੜਾ ਬੰਦਾ ਸੰਜੀਵ ਸੀ ਨਾਮ ਇਹਦਾ ਤੁਸੀਂ ਕਹਿ ਰਹੇ ਹੋ, ਇਹ ਫਿਰ ਛੁੱਟੀ ਤੇ ਆਉਂਦਾ ਮੇਰੇ ਖਿਆਲ 'ਚ, ਫਿਰ ਫਰਾਰ ਹੋ ਜਾਂਦਾ ਇਹ। ये छुट्टी पे आया था, इसने अपने कागज दिखाए होंगे कि मेरी सजा पूरी होगी, पर नहीं, इनकी ताउम्र जब तक जिएंगे, जब तक जेल में रहेंगे। उसको ये लगा भाई तू तो अंदर जाओगा भाई, अब तो वो कोई चारा है नहीं, तो ये फरार हो गया। ये फरार हुआ था 2018 में और ये हाँ, और ये पकड़ा गया था 2021 में। मेरठ पकड़ा था, बाबा के बेस में था ये। ਸਾਲ ਬਣ ਗਿਆ ਸੀ ਇਹ। हाँ, ਦੁਬਾਰੇ ਪੁਲਿਸ ਨੇ ਫੜ ਲਿਆ ਸੀ। ਤੇ ਵੀਰੇ ਇਹ ਹੁਣ ਕੇਸ ਦੇ ਵਿੱਚ ਕੋਈ ਇੱਕ ਚੀਜ਼ ਮੈਨੂੰ ਹੋਰ ਦੱਸੋ, ਕਿਹੜੇ ਰੇਲੂ ਰਾਮ ਪੁਨੀਆ ਜੀ ਸੀ, ਇਹਨਾਂ ਨੂੰ ਉਰੇ ਇਲਾਕਾ ਬਹੁਤ ਮੰਨਦਾ। ਇਹਨਾਂ ਨੂੰ ਮੈਂ ਕਈ ਵਾਰੀ ਦੇਖਿਆ ਬਾਹਰ ਅਮਰੂਦ ਵੇਚਣ ਵਾਲੇ ਖੜੇ ਨੇ, ਹੋਰ ਸਾਰੇ ਇਹਨਾਂ ਨੂੰ ਬਹੁਤ ਮੰਨਦੇ ਨੇ ਅੱਜ ਤੱਕ ਵੀ। ਇਹੀ ਜੀ ਕੀ ਗੱਲਬਾਤ ਸੀ ਇਹਨਾਂ ਦੇ ਵਿੱਚ? ਰੇਲੂ ਰਾਮ ਪੁਨੀਆ ਦਾ ਇੰਨਾ ਨਾਮ ਆ, ਕਈ ਕਹਾਵਤਾਂ ਬਣ ਗਈਆਂ ਇਹਨਾਂ ਦੇ ਉੱਪਰ। देखो जी, रेलू राम जो थे वो बहुत ही दानी पुण्य और सामाजिक आदमी थे। कोई भी आ गया ना यहाँ पर, खाली हाथ कोई भी नहीं गया। जिसने जो बोल दिया, जो मांग लिया, उसका वो काम कर दिया। अच्छा खाना पीना रहना 24 घंटे। अच्छा हाँ, और सामाजिक आदमी। 95 में यहाँ पर बाढ़ आई, फ्लड आई थी, अच्छा तो उसमें बहुत ज़्यादा समाज सेवा करी थी, लोगों के मन में बैठ गए थे। अच्छा हाँ, उस वजह से फिर ये ना
इन्होंने ये था कि इनेलो पार्टी से इनको टिकट मिलेगी, पर किसी कारणवश नहीं मिली। नेशनल लोक दल पार्टी हाँ देवीलाल जी, हाँ देवीलाल जी ने बोला था कि टिकट मिलेगी, पर किसी कारणवश से नहीं मिली। उसको लेकर लोगों में, जनता में रोष हो गया। अच्छा। तो उन्होंने सब ने इकट्ठा करके और ताऊ जी को निर्दलीय इलेक्शन में जिताया। और बड़ी गल थी यार। हाँ, और इतने वोटों से जिताया कि 96 में जो इलेक्शन लड़ा था ताऊ ने, वो रिकॉर्ड आज तक किसी पर भी नहीं टूटा है। एडी ज्यादा वोटां नाल हाँ, जित्ते सी। इतने वोटों से जिताया था लोगों ने। कोई याद है ਤੁਹਾਡੇ ਕਿੰਨੀਆਂ ਕੁ ਵੋਟਾਂ ਵਾਲੇ ਜਿੱਤੇ ਆંકੜੇ ਇੰਨਾ ਧਿਆਨ ਨਹੀਂ ਹੈਗਾ ਤੁਹਾਨੂੰ ਵੀ ਪਰ छोटा था मैं उस टाइम पे। ਤੁਹਾਡੀ ਉਮਰ ਕਿੰਨੀ ਸੀ ਬਾਈ ਉਸ ਟਾਈਮ ਤੇ ਜਦੋਂ ਇਹ ਹੋਇਆ ਆਈਡੀਆ ਕੋਈ ਜਦੋਂ ਆਹ ਕੰਮ ਹੋਇਆ 2021 यही थी जी, ਤੁਹਾਡਾ ਜਨਮ ਕਦੋਂ 15-16 साल होगी बस, 15-16 ਸਾਲ उससे भी छोटी ही थी। ਅੱਛਾ ਬਾਈ। हाँ ਅੱਛਾ ਹੁਣ ਜਿਹੜੀ ਕੇਸ ਦੇ ਵਿੱਚ ਨਵੀਂ ਉਹ ਆਈ ਆ ਨਿਕਲ ਕੇ ਵੀ ਕਿਹੜਾ ਇਹ ਸੰਜੀਵ ਆ, ਇਹ ਕਹਿੰਦੇ ਵੀ ਬਾਹਰ ਆ ਚੁੱਕਿਆ ਹੈ, ਸਹੀ ਗੱਲ ਹੈ? हाँ ये बिल्कुल सही है। सोनिया और संजीव एंट्रीम बेल पे बाहर आए हुए हैं। ਲੜਕੀ ਵੀ ਬਾਹਰ ਆਈ ਹੋਈ ਹੈ? लड़की भी बाहर आई हुई है। ਅੱਛਾ। ਤੇ ਇਹਨਾਂ ਨੇ ਕੇਸ ਵੀ ਮਤਲਬ ਜਿਵੇਂ ਤੁਹਾਡੇ ਵੀਡੀਓ ਦੇਖੇ ਨੇ ਉਸੇ ਦੇ ਆਧਾਰ ਤੇ ਗੱਲ ਕਰ ਰਿਹਾ ਮੈਂ ਵੀ ਇਹ ਕੇਸ ਹਾਰ ਚੁੱਕੇ ਨੇ, ਜੋ ਪ੍ਰਾਪਰਟੀ ਵਗੈਰਾ ਦਾ ਇਹਨਾਂ ਨੇ ਲਾਇਆ ਸੀ ਹੱਕ ਵੀ ਨਹੀਂ ਬਣਦਾ ਕਿਉਂਕਿ ਇਹ ਸਾਰੇ ਪਰਿਵਾਰ ਨੂੰ ਖਾ ਗਏ, ਇਹਨਾਂ ਦਾ ਕੋਈ ਬਣਦਾ ਨਹੀਂ ਮਸਲਾ ਹੈ ਨਾ। ਤੇ ਕਈ ਤੁਹਾਡੇ ਕੋਲੇ ਤੁਸੀਂ ਦੱਸਦੇ ਹੋ ਵੀਡੀਓ ਦੇ ਵਿੱਚ ਵੀ ਸਾਨੂੰ ਅਜੇ ਵੀ ਡਰ ਹੈ ਤੋਂ ਇਹ ਜੇਲ੍ਹ ਦੇ ਵਿੱਚ ਵੀ ਸੁਨੇਹੇ ਲਵਾਉਂਦੀ ਸੀ ਵੀ ਮੈਂ ਦੇਖੂੰਗੀ ਹੋਰ ਵੀ ਜਿਹੜੇ ਕਰਦੇ ਨੇ ਪੈਰਵੀ, ਹੈਗੀ ਸੀ ਗੱਲਬਾਤ ਕੋਈ? हाँ, बिल्कुल सही बात है जी। जब भी पैरवी पे आती थी तो यही कहती थी कि उनको तो मार दिया, तुमको भी देखूंगी, तुमको भी मारूंगी। ਬਾਈ ਪੂਰਾ ਟੱਬਰ ਮਾਰਨ ਤੋਂ ਬਾਅਦ ਉਹ ਇਸ ਘਰ ਦੀ ਕੁੜੀ ਨੂੰ ਕੋਈ ਵੀ ਪਛਤਾਵਾ ਨਹੀਂ ਹੈਗਾ, ਅੱਜ ਵੀ ਪਛਤਾਵਾ ਨਹੀਂ ਉਹਨੂੰ ਕੋਈ? उसको कोई पछतावा नहीं है जी। जैसे पहले थी उससे भी गनौना कर सकती है अब वो, इतनी उसमें शैतान लगा लो, बैठा शैतानियत हो रही है उसमें कि वो दोबारा कर सकती है, इससे भी गिनौना। ਕਿਆ ਬਾਤ ਹੈ ਬਾਈ ਯਾਰ। ਨਹੀਂ ਮੈਂ ਬੜੀ ਦੂਰ ਤੋਂ ਆਇਆ, ਸਾਡੀ ਰੂਹ ਕੰਪ ਜਾਂਦੀ ਹੈ ਸੁਣ ਕੇ ਵੀ ਕਿਵੇਂ ਕੋਈ ਆਪਣੇ ਪਰਿਵਾਰ ਦੇ 8 ਜੀਆਂ ਨੂੰ ਖਤਮ ਕਰ ਦੂ ਜਿਹੜਿਆਂ ਨੇ ਤੁਹਾਨੂੰ ਪੈਦਾ ਕਰਿਆ, ਪਰ ਕੁੜੀ ਨੂੰ ਜ਼ਮੀਨ ਦਾ ਲਾਲਚ ਜਾਂ ਪ੍ਰਾਪਰਟੀ ਦਾ ਲਾਲਚ ਇੰਨਾ ਕਿ ਉਹਨੂੰ ਅੱਜ ਵੀ ਕੋਈ ਪਛਤਾਵਾ ਨਹੀਂ ਹੈਗਾ। ਇਹ ਕਿਹੜਾ ਵੀਰੇ ਸੰਜੀਵ ਸੀ, ਇਹ ਕਿੱਥੇ ਦਾ ਰਹਿਣ ਵਾਲਾ ਸੀ? ये सहारनपुर का। ਸਹਾਰਨਪੁਰ ਦਾ ਰਹਿਣ ਵਾਲਾ ਸੀ? हाँ, इनका गांव तो है जिखोली ਹੈ। और रहते हैं ये सहारनपुर। ਅੱਛਾ। हाँ, ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਵੀਰੇ ਪ੍ਰਸ਼ਾਸਨ ਤੋਂ, ਕੀ ਮੰਗ ਆ ਹੁਣ, ਕਾਰਵਾਈ ਕਿੱਥੇ ਤੱਕ ਵਧੀ ਹੁਣ ਅੱਗੇ? कार्रवाई तो ये है जी, मैं प्रशासन से, कानून से हाथ जोड़ के और जनता से भी यही अपील करता हूँ कि इनको वापस जेल में डाला जाए। अगर ऐसा घिनौना अपराध करने वाले और जनता के बीच में आएंगे तो इससे क्या मैसेज जाओगा? ਬਿਲਕੁਲ ਸਹੀ ਗੱਲ ਹੈ ਤੁਹਾਡੀ। जितने भी अपराधी है उन्हें सोचेंगे भाई ऐसा तो कुछ है ही नहीं, अपराध किया और कुछ टाइम के बाद बाहर आ जाएंगे, कुछ नहीं बिगड़ता, ये मैसेज जाने लग रहा है। तो इसीलिए मैं सभी से रिक्वेस्ट है मेरी कि इनको बाहर ना निकाला जाए, इनको वापस जेल में डाला जाए, इनकी जो जमानत है वो रद्द करी जाए और ताउम्र ये जेल में रहनी चाहिए। ਬਿਲਕੁਲ ਜੀ, ਧੰਨਵਾਦ ਬਾਈ ਗੱਲਬਾਤ ਕਰਨ ਵਾਸਤੇ। ਤਾਂ ਬਾਈ ਹੋਰੀ ਸੀ ਦੱਸਿਆ ਇਹਨਾਂ ਨੇ ਕਿ 2001 ਦੇ ਵਿੱਚ ਕੀ ਹੁੰਦਾ, ਜਿਵੇਂ ਮੈਂ ਪਹਿਲਾਂ ਕਿਹਾ ਕਿ ਪਰਿਵਾਰ ਦੇ ਵਿੱਚ ਕਈ ਵਾਰੀ ਕੋਈ ਐਸਾ ਜੀ ਪੈਦਾ ਹੋ ਜਾਂਦਾ ਜਾਂ ਤਾਂ ਜਿਹੜੀ ਪਰਿਵਾਰ ਦੀ ਇੱਜ਼ਤ ਆ ਉਹ ਖਤਮ ਕਰ ਦਿੰਦਾ, ਜਾਂ ਫਿਰ ਜਿਵੇਂ ਆ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਪੂਰਾ ਪਰਿਵਾਰ ਹੀ ਆ ਜਿਹੜਾ ਪਰਿਵਾਰ ਹੀ ਖਤਮ ਕਰਤਾ। ਤਾਂ ਬੜੀ ਇੱਕ ਇਮੋਸ਼ਨਲ ਜੀ ਕਹਾਣੀ ਆ ਇਹ, ਮੈਂ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀ ਜਾਵੇ ਕਿਉਂਕਿ ਇਹ ਇੱਕ ਨੈਸ਼ਨਲ ਲੈਵਲ ਤੇ ਗੱਲ ਪਹੁੰਚੀ ਹੋਈ ਆ ਤੇ ਅੱਜ ਵੀ ਲੋਕ ਚਰਚਾ ਕਰਦੇ ਨੇ। ਨਵੀਂ ਅਪਡੇਟ ਸੀ ਇਸ ਦੇ ਵਿੱਚ, ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਲਾਂ। ਵੀਡੀਓ ਨੂੰ ਸ਼ੇਅਰ ਕਰ ਦਿਓ। ਧੰਨਵਾਦ।